फतेह। आओ सतगुरु महाराज उत्तम करम ਹਨ ਭਾਗ ਹਨ ਜੋ ਸਾਨੂੰ ਸਾਰਿਆਂ ਨੂੰ ਇਸ ਕਲਯੁਗ ਦੇ ਭਿਅੰਕਰ ਸਮੇਂ ਦੇ ਅੰਦਰ ਸਤਸੰਗਤ ਦੀ ਘੜੀਆਂ ਪ੍ਰਾਪਤ ਹੋ ਗਈਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵੀ ਇੱਕ ਚੰਗੀ ਨਿਸ਼ਾਨੀ ਹੈ। ਕੋਈ ਸਾਡੀ ਤਪੱਸਿਆ ਜਾਂ ਕਹਿ ਸਕਦੇ ਹੋ ਕੋਈ ਸ਼ੁਭ ਕਰਮ ਜੋ ਅੱਗੇ ਆਇਆ ਹੈ, ਜੋ ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਸਾਰਿਆਂ ਨੂੰ ਸੰਗਤ ਬਖਸ਼ਦੇ ਹਨ। ਮੋਹ ਕਾ ਬੋਲਣ ਬੋਲੀਐ ਜਿਸ ਸੁਨ ਧਰੇ ਪਿਆਰ। ਕਿਹੜਾ ਮੂੰਹ ਤੋਂ ਐਸਾ ਬਚਨ ਬੋਲੀਏ ਜਿਹਦੇ ਨਾਲ ਗੁਰੂ ਜੀ ਨਾਲ ਪਿਆਰ ਪੈ ਜਾਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਵਾਲ ਹੈ ਜਪਜੀ ਸਾਹਿਬ ਵਿੱਚ, ਤੇ ਇਹਦਾ ਜਵਾਬ ਨਾਲ ਹੀ ਅਗਲੀ ਪੰਕਤੀ ਅੰਦਰ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਜਿਹੜੇ ਸਿੱਖ ਉੱਠਦੇ ਹਨ ਉਹਨਾਂ ਦੀ ਵਡਿਆਈ, ਗੁਰੂ ਨਾਨਕ ਦੀ ਜਦੋਂ ਵਡਿਆਈ ਹੁੰਦੀ ਹੈ ਨਿਰੰਕਾਰ ਦੀ, ਫਿਰ ਘਰ ਵਿੱਚ ਚੰਗੇ ਚੰਗੇ ਕਰਮ ਬਣ ਜਾਂਦੇ ਹਨ। ਕੱਪੜੇ ਦੀ ਵੀ, ਪਦਾਰਥਾਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਹੋਰ ਤੇ ਹੋਰ ਨਦਰ ਨਾਲ ਮੁਕਤੀ ਦਾ ਦਰਵਾਜ਼ਾ, ਜਿਹੜਾ ਮੋਖ ਦਾ ਦੁਆਰ ਹੈ, ਉਹ ਵੀ ਖੁੱਲ੍ਹ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਮੂੰਹ, ਇਹ ਬੋਲਣਾ ਹੈ। ਸਤਿਗੁਰੂ ਜੀ ਨੂੰ ਸਭ ਤੋਂ ਜ਼ਿਆਦਾ ਇਹ ਪਸੰਦ ਹੈ ਅੰਮ੍ਰਿਤ ਵੇਲਾ, ਜੋ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ। ਕਈ ਵਾਰੀ ਇਨਸਾਨ ਰਾਤ ਨੂੰ ਸਮੇਂ ਸਿਰ ਨਹੀਂ ਸੋ ਪਾਉਂਦਾ, ਤਾਂ ਵੀ ਮਨ ਵਿੱਚ ਚਾਅ ਹੋਵੇ। ਕਈ ਵਾਰੀ ਪ੍ਰੋਗਰਾਮ ਐਸੇ ਹੁੰਦੇ ਹਨ ਰਾਤ ਦਾ ਸਮਾਂ ਜ਼ਿਆਦਾ ਲੱਗ ਜਾਂਦਾ, ਫਿਰ ਵੀ ਸਿੱਖ ਨੇ ਆਪਣੇ ਸਮੇਂ ਸਿਰ ਉੱਠਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਿਤਾ ਪ੍ਰਤੀ ਆਉਣ ਵਾਲੇ ਗੁਰਸਿੱਖ ਦੀ ਕਦਰ ਹੈ। ਨਿਤਾ ਪ੍ਰਤੀ ਨਾਮ ਜਪਣ ਵਾਲੇ ਦੀ ਕਦਰ ਹੈ। ਉਹਨੂੰ ਨਿਤਨੇਮ ਕਿਹਾ ਜਾਂਦਾ ਹੈ, ਜਿਹੜਾ ਰੋਜ਼ ਕਰਿਆ ਜਾਏ। ਉਹਦੇ ਅੰਦਰ ਕੋਈ ਰੁਕਾਵਟ ਆਵੇ ਹੀ ਨਾ। ਅਰਦਾਸ ਐਸੀ ਕਰਿਆ ਕਰੋ ਕਿ ਮਹਾਰਾਜ ਐਸਾ ਕੋਈ ਇਮਤਿਹਾਨ ਅੱਜ ਰਾਤ ਪੈ ਵੀ ਗਿਆ ਹੈ, ਫਿਰ ਵੀ ਉੱਠਣਾ ਹੀ ਉੱਠਣਾ ਹੈ। ਆਪਣਾ ਕਰਮ ਨਹੀਂ ਬਦਲ ਲੈਣੇ। ਉਸ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਣਾ ਹੈ। ਸੰਗਤ ਦੇ ਦਰਸ਼ਨ, ਗੁਰੂ ਜੀ ਦੇ ਦਰਸ਼ਨ, ਸਿਮਰਨ ਦੇ ਵਿੱਚ ਹਾਜ਼ਰੀਆਂ ਲਾਉਣੀਆਂ ਹੈ। ਆਓ ਸਾਰੇ ਪਹਿਲੇ ਸਾਰੇ ਹੀ ਅਸੀਂ ਆਪਣੀ ਆਪਣੀ ਹਾਜ਼ਰੀ ਲਾਈਏ, ਜੋ ਰੋਜ਼ਾਨਾ ਲਾਉਂਦੇ ਹਾਂ। ਸਾਰੇ ਬੜੇ ਹੀ ਪ੍ਰੇਮ ਵਿੱਚ ਨਾਮ ਜਪੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਸਰੀ ਮਹੱਲਾ ਪੰਜਵਾਂ। ਵਾਰ ਸ਼ਲੋਕਾਂ ਨਾਲ। ਰਾਗ ਜੈਸਰੀ ਵਿੱਚ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਬਾਣੀ ਦਾ ਪਾਠ ਹੈ। ਵਾਰ ਸ਼ਲੋਕਾਂ ਸਮੇਤ ਹੈ। ਇਹ ਮੱਧ ਭਾਗ ਜਦੋਂ ਬਾਣੀ ਸਹਿਜ ਪਾਠ ਅਖੰਡ ਪਾਠ ਜਦੋਂ ਕਰੀਦਾ ਤੇ ਇਹ ਹੁਕਮਨਾਮਾ ਸਾਹਿਬ ਲਈਦਾ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸ਼ਲੋਕ
आद पूरन मद पूरन अंत पूरन परमेश्वरे। संत जन उस सर्व व्यापक परमेश्वर ਨੂੰ ਸਿਮਰਦੇ ਹਨ ਜੋ ਜਗਤ ਦੇ ਸ਼ੁਰੂ ਤੋਂ ਹਰ ਥਾਂ ਮੌਜੂਦ ਹੈ। ਹੁਣ ਵੀ ਸਰਵ ਵਿਆਪਕ ਹੈ ਪ੍ਰਭੂ, ਤੇ ਅਖੀਰ ਵਿੱਚ ਹਰ ਥਾਂ ਹਾਜ਼ਰ ਨਾਜ਼ਰ ਰਹੇਗਾ। ਹੁਣ ਵੀ ਹੈ, ਅੱਗੇ ਵੀ ਹੈ, ਅਖੀਰ ਵਿੱਚ ਵੀ ਹੈ। ਸਿਮਰੰਤ ਸੰਤ ਸਰਬਤ ਰਮਨੰ ਨਾਨਕ ਅਗਨਾਸਨ ਜਗਦੀਸ਼ ਰੇ। ਇਹ ਨਾਨਕ ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ਼ ਕਰਨ ਵਾਲਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਪਾਪ ਜੇ ਸਾਡਾ ਹੈਗਾ ਹੈ ਤੇ ਪ੍ਰਭੂ ਬਖਸ਼ ਸਕਦੇ ਹਨ। ਦੇਖਣ ਸੁਣਨ ਸੁਣਾਵਨੋ ਮਨ ਮੇਂ ਦ੍ਰਿੜੀਆ ਸਾਚ। ਉਸ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ, ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ, ਆਪ ਹੀ ਸੁਣਾਉਣ ਵਾਲਾ ਹੈ। ਦੇਖੋ ਦੁਬਾਰਾ ਸੁਣ ਲਓ, ਆਪ ਹੀ ਵੇਖਣ ਵਾਲਾ ਹੈ, ਸਤਿਗੁਰੂ ਸਭ ਕੁਝ ਦੇਖ ਰਹੇ ਹਨ। ਆਪ ਹੀ ਸੁਣਨ ਵਾਲਾ ਹੈ, ਤੁਹਾਡੇ ਵਿੱਚ ਪ੍ਰਭੂ ਹੀ ਬੈਠ ਕੇ ਸੁਣ ਰਿਹਾ ਹੈ। ਆਪ ਹੀ ਸੁਣਾਉਣ ਵਾਲਾ ਹੈ। ਆਪ ਗਵਾਏ ਸੋ ਹਰ ਗੁਣ ਗਾਓ, ਆਪ ਜਪਾਏ ਸੋ ਹਰ ਗਾਓ। ਸਤਿਗੁਰੂ ਮਹਾਰਾਜ ਹੀ ਗਾ ਰਹੇ ਹਨ, ਸੁਣਾ ਰਹੇ ਹਨ। ਪੂਰ ਰਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਇਹ ਨਾਨਕ ਉਸ ਹਰੀ ਦੀ ਪਿਆਰੀ ਯਾਦ ਵਿੱਚ ਲੀਨ ਹੋ ਜਾਓ ਜੋ ਸਭ ਥਾਈਂ ਮੌਜੂਦ ਹੈ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ। ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ, ਸਿਰਫ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਜੋ ਮਾਇਆ ਤੋਂ ਪਰੇ ਹੈ, ਉਹੀ ਸਭ ਦੇ ਅੰਦਰ ਮੌਜੂਦ ਵੀ ਹੈ। ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ। ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਸਭ ਕਿਸਮ ਦੀ ਤਾਕਤ ਵਾਲਾ ਹੈ। ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਪ੍ਰਭੂ ਜੀ ਕਰਦੇ ਹਨ। ਉਸ ਤੋਂ ਬਿਨਾਂ ਕੁਛ ਨਹੀਂ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੁਝ ਕਰਨ ਨੂੰ ਸਮਰੱਥ ਹੈ। ਕਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਇੱਕ ਪਲਕ ਵਿੱਚ ਜੀਵਾਂ ਨੂੰ ਪੈਦਾ ਕਰਕੇ ਤੇ ਨਾਸ਼ ਵੀ ਕਰ ਦਿੰਦਾ ਹੈ। ਪੈਦਾ ਵੀ ਉਹੀ ਕਰਦਾ ਹੈ, ਨਾਸ਼ ਵੀ ਉਹੀ ਕਰਦਾ ਹੈ। ਉਸ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਸਭ ਦੇਸ਼ਾਂ ਵਿੱਚ, ਸਾਰੇ ਬ੍ਰਹਮੰਡ ਵਿੱਚ, ਹੇਠਲੀ ਧਰਤੀ ਪਤਾਲ ਵਿੱਚ, ਜਜਰੀਆਂ ਦੇ ਵਿੱਚ, ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਵਿਆਪਕ ਹੈ ਜੀ, ਹਰ ਜਗ੍ਹਾ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਮਨੁੱਖ ਨੂੰ ਇਹ ਸਮਝ ਆਪ ਪ੍ਰਭੂ ਦਿੰਦਾ ਹੈ, ਉਸ ਨੂੰ ਸਮਝ ਪੈਂਦੀ ਹੈ ਅਤੇ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ। ਜਿਹਨੂੰ ਇਹ ਗਿਆਨ ਹੁੰਦਾ ਹੈ ਨਾ, ਉਹ ਸਤਿਗੁਰ ਦੀ ਕਿਰਪਾ ਨਾਲ ਹੀ ਹੁੰਦਾ ਹੈ। ਸਤਿਗੁਰ ਤੋਂ ਬਿਨਾਂ ਇਹ ਗੱਲ ਸਿਰੇ ਨਹੀਂ ਚੜ੍ਹ ਸਕਦੀ। ਸਾਨੂੰ ਸਮਝਾਉਂਦਾ ਵੀ ਪ੍ਰਭੂ ਹੈ ਕਿ ਭਾਈ ਸਰਵ ਵਿਆਪਕ ਪ੍ਰਭੂ ਹੀ ਹੈ, ਨਿਰੰਕਾਰ ਹੀ ਹੈ। ਉਸ ਤੋਂ ਇਲਾਵਾ ਕੋਈ ਥਾਂ ਹੈ ਹੀ ਨਹੀਂ। ਜਾਂ ਇਹ ਕਹਿ ਸਕਦੇ ਹੋ ਕਿਹੜੀ ਥਾਂ ਹੈ ਜਿੱਥੇ ਪ੍ਰਭੂ ਹੈ ਹੀ ਨਹੀਂ? ਕਿਹੜੀ ਥਾਂ? ਕੋਈ ਥਾਂ ਐਸੀ ਨਜ਼ਰ ਨਹੀਂ ਆਏਗੀ ਜਿੱਥੇ ਪ੍ਰਭੂ ਜੀ ਆਪ ਨਾ ਬਿਰਾਜਮਾਨ ਹੋਣ। ਪਰ ਕਮਾਲ ਦੀ ਗੱਲ ਹੈ, ਸਾਨੂੰ ਭੋ ਤਾਂ ਵੀ ਨਹੀਂ, ਭੈ ਤਾਂ ਵੀ ਨਹੀਂ, ਡਰ ਤਾਂ ਵੀ ਨਹੀਂ, ਹੈ ਸਭ ਜਗ੍ਹਾ, ਲੇਕਿਨ ਭਾਵਨਾ ਨਹੀਂ ਬਣ ਪਾਉਂਦੀ। ਬਾਹਰ ਜਾਂਦੇ ਹਾਂ, ਕੁਝ ਹੋਰ ਮਾਹੌਲ ਹੋ ਜਾਂਦਾ ਸਾਡਾ। ਸੜਕਾਂ 'ਤੇ ਜਾਂਦੇ ਹਾਂ, ਕੁਝ ਹੋਰ ਸੋਚ ਕੇ ਜਾਂਦੇ ਹਾਂ। ਘਰ ਵਿੱਚ ਜਦੋਂ ਆਰਾਮ ਵਿੱਚ ਬੈਠਦੇ ਹਾਂ ਜਾਂ ਕੋਈ ਐਸਾ ਨਾਟਕ ਜਾਂ TV ਦੇਖਦੇ ਹਾਂ ਬੈਠ ਕੇ, ਜਦੋਂ ਚਲਚਿੱਤਰ, ਫਿਰ ਸਾਡੇ ਅੰਦਰ ਕੋਈ ਪ੍ਰਭੂ ਦਾ ਭੈ ਨਹੀਂ ਹੁੰਦਾ। ਦਰਅਸਲ
ਅਸੀਂ ਭੁੱਲ ਜਾਂਦੇ ਹਾਂ। ਅਸੀਂ ਕਹਿੰਦੇ ਪ੍ਰਭੂ ਤੇ ਗੁਰਦੁਆਰੇ ਵਿੱਚ ਹੈ, ਇੱਥੇ ਤੇ ਬੜੇ ਹੀ ਅਸੀਂ ਤਰੀਕੇ ਨਾਲ ਅਦਬ ਨਾਲ ਬੈਠੇ ਹਾਂ, ਬੜੇ ਸਾਵਧਾਨ ਹੋ ਕੇ ਬਾਣੀ ਸੁਣ ਰਹੇ ਹਾਂ, ਪਰ ਸਾਡੇ ਅੰਦਰ ਉਹ ਭਾਵਨਾ ਕਿਉਂ ਨਹੀਂ ਬਣ ਰਹੀ ਕਿ ਪ੍ਰਭੂ ਜਗ੍ਹਾ ਜਗ੍ਹਾ ਹੈ? ਉਹ ਤਾਂ ਸਭ ਜਗ੍ਹਾ ਮੌਜੂਦ ਹੈ। ਅਦਬ ਤੇ ਸਾਨੂੰ ਹਰ ਜਗ੍ਹਾ ਹੀ ਪ੍ਰਭੂ ਦਾ ਕਰਨਾ ਚਾਹੀਦਾ ਹੈ। ਇਹ ਕਿਉਂ ਨਹੀਂ ਬਣਦੀ? ਇਹ ਮਨ ਦੀ ਸਾਧਨਾ ਹੈ। ਦਰਅਸਲ ਇਹ ਜਿਹੜੇ ਬ੍ਰਹਮ ਗਿਆਨੀ ਸੰਤ ਹੁੰਦੇ ਹਨ ਨਾ, ਇਹਨਾਂ ਨੂੰ ਅਦਬ ਔਰ ਸਤਿਕਾਰ ਭਾਵਨਾ ਨਾਲ ਬਣਦਾ ਹੈ, ਡਰ ਨਾਲ। ਇਹ ਡਰ ਰੱਖਦੇ। ਕਿਉਂ? ਕਿਉਂਕਿ ਇੱਕ ਵਾਰੀ ਗੁਰੂ ਦਰੋਣਾਚਾਰਿਆ ਨੇ ਪਾਂਡਵਾਂ ਨੂੰ ਉਪਦੇਸ਼ ਦੇਣ ਵਾਸਤੇ ਨਾ ਇੱਕ ਪਕਸ਼ੀ ਲਾ ਲਓ, ਤੋਤਾ, ਉਹ ਸਭ ਦਿੱਤਾ ਸੀ ਕਿ ਤੁਸੀਂ ਸਾਰੇ ਜਾਓ ਵੱਖਰੀ ਵੱਖਰੀ ਦਿਸ਼ਾ 'ਤੇ, ਇਸ ਤੋਤੇ ਨੂੰ ਉੱਧਰ ਮਾਰ ਕੇ ਲਿਆਓ ਜਿੱਧਰ ਕੋਈ ਦੇਖ ਨਹੀਂ ਰਿਹਾ, ਜਿੱਥੇ ਕੋਈ ਵੀ ਨਾ ਦੇਖੇ, ਕੋਈ ਸੰਸਾਰ ਦਾ ਜੀਵ ਨਾ ਹੋਵੇ, ਉੱਥੇ ਜਾ ਕੇ ਇਹਦੀ ਮੌਤ ਕਰਾਓ। ਸਾਰੇ ਵਾਰੀ ਵਾਰੀ ਗਏ ਸ਼ਿਸ਼ੇ। ਜਦੋਂ ਵਾਰੀ ਲੱਗੀ ਤੇ ਸਾਰੇ, ਕੋਈ 1 ਮਿੰਟ 'ਚ ਵਾਪਸ ਆ ਗਿਆ, ਕੋਈ 5 ਮਿੰਟ 'ਚ ਆ ਗਿਆ, ਸਾਰੇ ਮਾਰ ਆਏ। ਕੋਈ ਵੀ ਨਹੀਂ ਐਸਾ ਸੀ ਜਿਹਨੇ ਇਸ ਗੱਲ ਦਾ ਉਪਦੇਸ਼ ਨੂੰ ਸਮਝਿਆ। ਪਰ ਇੱਕ ਸ਼ਿਕਸ਼ ਸੀ, ਇੱਕ ਐਸਾ ਵਿਦਿਆਰਥੀ ਸੀ ਜਿਹਨੂੰ ਇਹ ਗੱਲ ਦਾ ਗਿਆਨ ਸੀ ਪ੍ਰਭੂ ਤੇ ਸਭ ਜਗ੍ਹਾ ਮੌਜੂਦ ਹੈ। ਅਸੀਂ ਉਹਦਾ ਭੋਗ ਨਹੀਂ ਰੱਖਦੇ, ਡਰ ਨਹੀਂ ਰੱਖਦੇ, ਉਹ ਸਾਡੀ ਆਪਣੀ ਗੱਲ ਹੈ, ਆਪਣੇ ਮਨ ਦੀ ਅਵਸਥਾ ਹੈ। ਅਸੀਂ ਉੱਧਰ ਤੱਕ ਪਹੁੰਚੇ ਨਹੀਂ ਅਜੇ, ਸਾਡੀ ਬੁੱਧੀ ਨਹੀਂ ਪਹੁੰਚੀ, ਪਰ ਪ੍ਰਭੂ ਤੇ ਹੈਗਾ। ਉਹ ਘੱਟੋ ਘੱਟ 5-7 ਘੰਟੇ ਬਾਅਦ ਆਇਆ ਤੇ ਹੱਥ ਵਿੱਚ ਉਹ ਪਕਸ਼ੀ ਤੋਤਾ। ਗੁਰੂ ਜੀ ਨੇ ਪੁੱਛਿਆ, ਸਾਰੇ ਆਪਣਾ ਕੰਮ ਛੇਤੀ ਕਰਕੇ ਲੋਟ ਆਏ, ਪਰ ਤੂੰ ਇੰਨੀ ਦੇਰ ਲਾਤੀ ਔਰ ਉਸ ਤੋਂ ਬਾਅਦ ਕੰਮ ਵੀ ਨਹੀਂ ਕੀਤਾ, ਇਹ ਕੀ? ਤੈਨੂੰ ਕੋਈ ਥਾਂ ਨਹੀਂ ਲੱਭੀ ਜਿੱਥੇ ਕੋਈ ਦੇਖ ਨਾ ਰਿਹਾ ਹੋਏ? ਉਹ ਅੱਗੋਂ ਬੋਲਿਆ, ਗੁਰੂ ਜੀ ਮੈਂ ਕੀ ਕਰਾਂ, ਮੈਂ ਸਭ ਥਾਂ ਫਿਰ ਆਇਆ, ਸਭ ਥਾਂ, ਪਰ ਮੈਨੂੰ ਕੋਈ ਐਸੀ ਥਾਂ ਲੱਭ ਨਹੀਂ ਰਹੀ ਜਿੱਥੇ ਮੈਨੂੰ ਕੋਈ ਦੇਖ ਨਹੀਂ ਆ ਰਿਹਾ ਹੋਵੇ। ਕਹਿੰਦੇ ਉਹ ਕਿੱਦਾਂ? ਕਹਿੰਦੇ ਮੈਂ ਤਾਂ ਪਹਿਲਾਂ ਇਕਾਂਤ ਵਿੱਚ ਗਿਆ, ਉੱਥੇ ਮੈਂ ਸੋਚਦਾ ਕਿ ਪੇੜ 'ਤੇ ਪੰਛੀ ਬੈਠੇ ਸੀ ਇਕਾਂਤ ਵਿੱਚ, ਉਹ ਮੈਨੂੰ ਦੇਖਦੇ ਸੀ ਕਿ ਇਹ ਗਲਤ ਕੰਮ ਕਰ ਰਿਹਾ। ਮੈਂ ਥੋੜ੍ਹੀ ਅੱਗੇ ਹੋ ਗਿਆ, ਪੇੜ ਵੀ ਛੱਡਤਾ, ਹੋਰ ਸੁਨਸਾਨ ਜਗ੍ਹਾ 'ਤੇ ਜਾਣ ਲੱਗਿਆ। ਉੱਥੇ ਗਿਆ ਤੇ ਮੈਂ ਦੇਖਦਾ ਹੋਰ ਕੋਈ ਨਹੀਂ ਦੇਖ ਰਿਹਾ, ਨਾ ਇੱਥੇ ਇਨਸਾਨ ਹੈ ਨਾ ਪੰਛੀ ਹੈ, ਪਰ ਮੇਰੀ ਅੱਖਾਂ ਇਸ ਜੀਵ ਨੂੰ ਮਾਰਦੇ ਹੋਏ ਦੇਖ ਰਹੀ ਹੈ। ਗੁਰੂ ਕਹਿੰਦੇ ਫਿਰ ਮੈਂ ਅਗਲੀ ਥਾਂ ਚਲਾਇਆ, ਅਗਲੀ ਥਾਂ 'ਤੇ ਗਿਆ। ਮੈਂ ਮਨ ਵਿੱਚ ਸੋਚਦਾ ਹਾਂ ਹੋਰ ਕੋਈ ਦੇਖ ਨਹੀਂ ਰਿਹਾ, ਪਰ ਨਿਰੰਕਾਰ ਰੱਬ ਤੇ ਸਾਰਾ ਖੇਲ ਇਹ ਦੇਖ ਰਿਹਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਮੈਂ ਪਾਪ ਕਰ ਰਿਹਾ, ਕਿਸੇ ਬੇਜ਼ੁਬਾਨ ਨੂੰ ਮਾਰਨ ਲੱਗਿਆ, ਪਰ ਮੇਰਾ ਰੱਬ ਤੇ ਮੇਰੇ ਕੋਲ ਹੈ, ਉਹ ਤਾਂ ਮੈਨੂੰ ਸਭ ਕੁਝ ਦੇਖ ਰਿਹਾ ਹੈ। ਮੈਂ ਕਿਹਦੇ ਕੋਲ ਲੁਕਾਵਾਂਗਾ? ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੈ? ਤੇਰੇ ਕੋਲ ਕਿਸ ਤਰ੍ਹਾਂ ਪਾਪ ਛੁਪਾ ਸਕਦੇ ਹਾਂ? ਅਸੀਂ ਤਾਂ ਬੰਦੇ ਦਾ ਡਰ ਰੱਖਦੇ ਹਾਂ, ਕਿਉਂਕਿ ਬੰਦਾ ਨਾ ਦੇਖ ਰਿਹਾ ਹੋਇਆ ਅੰਦਰ, ਬਸ ਇੰਨਾ ਹੀ ਭੋ ਹੈ ਸਾਨੂੰ। ਨਾ ਡਰ ਦਾ, ਨਾ ਰੱਬ ਦਾ ਡਰ ਹੈ, ਨਾ ਆਪਣੇ ਆਪ ਦਾ ਡਰ ਹੈ ਕਿ ਸਾਡਾ ਮਨ ਵੀ ਦੇਖਦਾ ਹੈ, ਅੱਖਾਂ ਦੇਖਦੀਆਂ। ਅਸੀਂ ਪਾਪ ਕਰ ਜਾਂਦੇ ਹਾਂ ਲੁਕੋ ਕੇ ਆਪਣੇ ਆਪ ਨੂੰ। ਪਰ ਸਤਿਗੁਰੂ ਮਹਾਰਾਜ, ਇਹ ਜਿਹੜੀ ਗੁਰੂ ਸਿੱਖ ਦੀ ਸਾਖੀ ਹੈ, ਇਹਦੇ ਨਾਲ ਇਹ ਹੀ ਪ੍ਰਗਟਾਵਾ ਹੁੰਦਾ ਹੈ, ਉਹ ਸਭ ਥਾਂ ਮੌਜੂਦ ਹੈ ਜੋ ਸੰਤ ਮਹਾਂਪੁਰਸ਼ਾਂ ਨੂੰ ਪਤਾ ਹੈ, ਤਾਂ ਹੀ ਉਹ ਗਲਤ ਕੰਮ ਨਹੀਂ ਕਰਦੇ। ਉਹ ਮੌਤ ਦਾ ਭੈ ਸਭ ਤੋਂ ਪਹਿਲੇ ਰੱਖਦੇ ਹੈ ਕਿ ਇੱਕ ਦਿਨ ਅਸੀਂ ਸੰਸਾਰ ਤੋਂ ਜਾਣਾ ਹੈ, ਕੂਚ ਕਰ ਜਾਣਾ ਹੈ, ਫਿਰ ਅੱਗੇ ਲੇਖਾ ਕਿਹਨੂੰ ਦੇਵਾਂਗੇ? ਅੱਗੇ ਹਿਸਾਬ ਕਿਤਾਬ ਵਿੱਚ ਫਿਰ ਅਸੀਂ ਕਿਹੜੀ ਨਿਗਾਹ ਨਾਲ ਰੱਬ ਨਾਲ ਗੱਲ ਕਰਨ ਜੋਗੇ ਹੋਵਾਂਗੇ ਕਿ ਰੱਬ ਦੇ ਅੱਗੇ ਬੈਠੇ ਹਾਂ,
रब प्रश्न रखेगा, फलाने टाइम ये लेखा खड़ा है तेरा, पुरखा किद्दां देंगा हिसाब। लेखा कते न छूटी है, खिन खिन भुलन हार, बख्शन हार बख्श लै, नानक पार उतार। जदों लेखे की वारी आनी है ਤਾਂ फिर नहीं दिता जाना। जे असी हुणे ही ये गल्लां दी समझ रख लीए कि परमात्मा सब थां मौजूद है, वो सानू हर जगह देख रहा है, फिर असी किसी का हिरदा नहीं दुखावांगे। फिर असी उस कर्म तो बचांगे जिस कर्म नाल नाराज़गी आए गुरु दी, नहीं करांगे। सतगुरु महाराज किरपा करन साढ़े सारियां दे उपर ये बख्शिश बन जावे कि असी उस कर्म तो संकोच करना शुरू कर दिए जिहदे नाल सानू लेखा देना पवे। सतगुरु महाराज उस बंदे कोल उही काम लैंदे हन जिस बंदे नूं प्रेम आ जाए ना, मान लो उहदे मन में सोच आ जाए वधिया कि हुण मैं ये काम नहीं करना, फिर सतगुरु उहदे कोल काम नहीं करवाते। वो वाला वो फिर उहदे कोल ही करांदे है जिहड़ा हंकारी ते डाढ़ा हुंदा है, उहदे कोल ही वो माड़ा कर्म करा दिंदे हन कि भाई तू ये कर्म नूं सांभ, ये जिहड़ा प्यारा है मेरा ये इस कर्म योगा नहीं है, ये तो वही कर्म करेगा जो ये कोल मैं करवाया करांगा। आखो सतनाम श्री वाह। ऐसा काम कराऊंगा कि जिदे नाल संसार विच भला होएगा, जिदे नाल नाम दी वडियाई होएगी, गुरु दी वडियाई होएगी, गुरु दे उपदेश ते चलेगा, गुरु दे उपदेश नाल जोड़ेगा, भगती भाव वाला निकलेगा। उस कर्म नूं उस तरह मैं ही सेवा लाऊंगा जिस नाल मैं चाहुंदा हाँ। बाबा आदम ये बुजुर्ग होए, बुजुर्ग उम्र सियाणी, पत्नी नाल धर्म पत्नी, जगह जगह कई दर ते फिर आए हैं, कई दर ते, पर घर के अंदर पुत्र की औलाद नहीं प्राप्त हो रही, पुत्र वंश नहीं चल पा रहा। उम्र काफ़ी लंबी है, घट्टो घट्ट 60 साल तो 55 साल 60 साल उम्र हो गई दोनों की। हुण किसी गुरसिख नाल मिलाप होया है, अज कहंदे सानू कित्थों भी खैर नहीं पई, सानू कोई राह मिले तो असी पूरे गुरु नाल मिल सकीए। उस गुरसिख ने राह पाता, कहंदे गुरु रामदास जी चौथे पातशाह, उन्हां दे कोल तुसी जाओ, उत्थे तुहानू खैर जरूर पेगी। चौथे पातशाह चौथे गुरु नानक सब नू दीन दुखियां नू राजी करन वाले, जाओ। दोनों चले गए। जदों उधर गए तो उत्थे उन्होंने देखिया उत्थे सेवा चलती है, सरोवरां दी लंगरां दी, संगत आ रही है जा रही है, दर्शन कर रही है। इन्हां दा भी मन बनिया कि असी भी सेवा करिए, असी भी लाभ लईए। हुण इन्हां ने लंगर की सेवा संभाली, लंगरां दी। लंगर विच पहले लकड़ी की बहुत लोड़ पैंदी सी, लकड़ी की। अजकल तो गैस हो गई, पहले लकड़ी नाल ही बनता सी, ईंधन वही सी। इन्होंने लकड़ी की सेवा संभाई है। जंगल तो भाई आदम रोज़ाना लकड़ी की पंडली बंद के लिया है, और रोज़ ही लंगर विच पा दिंदा है, जिदे करके लंगर की सेवा चल रही सी। भाई मंझ जी वर्गी सेवा। वो एक गठड़ी वो घर विच भी रखदा सी ताकि औखे वेले काम आवे, और घर के कारो विहार रस्ते काम आवे। एक बंडल घर भी सुटदा सी। इदां काफ़ी समा बीत गया। सर्दी दे ठंड दे दिन आए जो आने वाले हों।
ਕੱਕੜ ਠੰਡ ਹੈ। ਸੰਗਤ ਦੂਰੋਂ ਦਰਸ਼ਨਾਂ ਨੂੰ ਆਈ ਹੈ ਮਹਾਰਾਜ ਜੀ ਦੇ। ਰਾਤ ਦਾ ਸਮਾਂ ਹੈ, ਲੱਕੜੀ ਸਾਰੀ ਗਿੱਲੀ ਹੈ, ਓਸ ਪੈ ਗਈ ਹੈ, ਸੁੱਕੀ ਲੱਕੜ ਮਿਲ ਨਹੀਂ ਰਹੀ ਜਿਹਦੇ ਨਾਲ ਸੰਗਤ ਨੂੰ ਆਰਾਮ ਆਵੇ, ਬਾਲਣ ਬਾਲ ਕੇ ਬਹਿ ਜਾਣ, ਰਾਤ ਕੱਟ ਲੈਣ। ਹੋਰ ਵੀ ਲੰਗਰ ਰਸਤੇ ਵੀ ਚਾਹੀਦੀ ਸੀ ਲੱਕੜੀ। ਬਾਬਾ ਆਦਮ ਜੀ ਛੇਤੀ ਛੇਤੀ ਸਮਾਂ ਨੂੰ ਸੰਭਾਲ ਕੇ ਘਰ ਪਹੁੰਚੇ। ਧਰਮ ਪਤਨੀ ਨੂੰ ਕਹਿੰਦੇ ਜਿੰਨੀ ਵੀ ਲੱਕੜੀ ਹੈ ਮੈਨੂੰ ਫੜਾ। ਬੰਡਲ ਦੇ ਬੰਡਲ ਲੈ ਗਏ। ਗੁਰੂ ਰਾਮਦਾਸ ਜੀ ਦੇ ਸਥਾਨਾਂ 'ਤੇ ਜਾ ਕੇ ਭੇਟਾ ਕਰਤੇ ਅਤੇ ਸੰਗਤ ਦੇ ਅੱਗੇ ਰੱਖਤੇ ਅਤੇ ਸਾਰਿਆਂ ਨੇ ਬਾਲਣ ਬਾਲੀ। ਸਾਰੇ ਸੁਖੀ ਹੋ ਗਏ ਠੰਡ। ਸਾਰੀ ਰਾਤ ਨਾਮ ਜਪਦੇ ਰਹੇ। ਗੁਰੂ ਰਾਮਦਾਸ ਜੀ ਵੀ ਰਾਤ ਦਾ ਪਹਿਰਾ ਦੇਖਣ ਆਏ ਹਨ। ਬਾਹਰ ਆਏ ਅਤੇ ਦੇਖਿਆ ਅਤੇ ਸੰਗਤ ਬੜੀ ਹੀ ਖੁਸ਼ ਸੀ, ਬੜੀ ਖੁਸ਼। ਗੁਰੂ ਰਾਮਦਾਸ ਜੀ ਕਹਿੰਦੇ ਇਹ ਸੇਵਾ ਕਿਹਨੇ ਨਿਭਾਈ ਹੈ? ਲੱਕੜੀ ਤਾਂ ਆਪਣੇ ਕੋਲ ਇਤਨੀ ਤਾਂ ਨਹੀਂ ਸੀ, ਪਰ ਹਾਂ ਗਿੱਲੀ ਵੀ ਸੀ, ਸੁੱਕੀ ਲੱਕੜੀ ਨਹੀਂ ਸੀ। ਗੁਰੂ ਰਾਮਦਾਸ ਜੀ ਜਾਣ ਕੇ ਸਿੱਖ ਨੂੰ ਪੁੱਛਦੇ, ਉਹ ਕਹਿੰਦੇ ਹੋਰ ਕੋਈ ਨਹੀਂ, ਬਾਬਾ ਆਦਮ ਇਹ ਸੇਵਾ ਨਿਭਾ ਗਿਆ। ਬਜ਼ੁਰਗ ਬੜੀ ਸੇਵਾ ਕਰਦੇ ਹਨ ਜੀ, ਬੜੇ ਚਾਅ ਨਾਲ ਗੁਰੂ ਘਰ ਦੀ ਸੇਵਾ ਕਰ ਰਹੇ ਨੇ। ਕਹਿੰਦੇ ਉਹਨਾਂ ਨੂੰ ਸੁਨੇਹਾ ਦਿਓ ਸਵੇਰੇ ਸਾਡੇ ਕੋਲ ਆ ਜਾਣ। ਅੰਮ੍ਰਿਤ ਵੇਲਾ ਹੋਣ ਤੋਂ ਬਾਅਦ ਆਦਮ ਜੀ ਆ ਗਏ। ਜਦੋਂ ਬਾਬਾ ਆਦਮ ਆਏ ਅਤੇ ਗੁਰੂ ਰਾਮਦਾਸ ਜੀ ਨੇ ਬੜੇ ਪ੍ਰੇਮ ਨਾਲ ਉਹਨਾਂ ਦਾ ਸਤਿਕਾਰ ਕੀਤਾ। ਤੁਸੀਂ ਸੰਗਤ ਦੀ ਖੁਸ਼ੀ ਲਿੱਤੀ ਹੈ ਅਤੇ ਗੁਰੂ ਦੀ ਖੁਸ਼ੀ ਇੱਕ ਬਰਾਬਰ ਹੈ। ਜਿਹੜਾ ਸੰਗਤ ਦੀ ਖੁਸ਼ੀਆਂ ਲਏਗਾ ਉਹ ਗੁਰੂ ਜੀ ਦੀ ਖੁਸ਼ੀ ਆਪੇ ਲੈ ਲੇਗਾ। ਇੱਕੋ ਹੀ ਗੱਲ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਬਾਬਾ ਆਦਮ ਤੁਸੀਂ ਕੀ ਮੰਗਦੇ ਹੋ? ਆਪ ਜੀ ਜੋ ਵਰ ਮੰਗੋ ਮੈਂ ਦੇਣ ਨੂੰ ਤਿਆਰ ਹਾਂ। ਬਾਬਾ ਆਦਮ ਸ਼ਰਮਾ ਗਏ। ਬਜ਼ੁਰਗ ਸੀ, ਮਨ ਵਿੱਚ ਇੱਛਾ ਤਾਂ ਸੀ ਕਿ ਪੁੱਤਰ ਹੋ ਜਾਵੇ, ਪਰ ਇਸ ਵੇਲੇ ਚੰਗਾ ਨਹੀਂ ਲੱਗਦਾ, ਇੰਨੀ ਉਮਰ ਵਡੇਰੀ। ਕਹਿੰਦੇ ਮਹਾਰਾਜ ਸਭ ਕੁਛ ਤਾਂ ਮਿਲ ਗਿਆ, ਸੇਵਾ ਮਿਲ ਗਈ, ਹੋਰ ਕੁਛ ਨਹੀਂ ਚਾਹੀਦਾ। ਇਨਕਾਰ ਕਰਤੀ ਬਾਬਾ ਆਦਮ ਨੇ। ਬਾਬਾ ਆਦਮ ਸ਼ਰਮਾ ਰਹੇ ਹਨ। ਗੁਰੂ ਜੀ ਕਹਿੰਦੇ ਕੋਈ ਨਾ, ਤੁਸੀਂ ਸੋਚ ਕੇ ਦੱਸਿਓ, ਘਰ ਸਲਾਹ ਕਰ ਲਓ, ਤੁਹਾਨੂੰ ਅਸੀਂ ਬਖਸ਼ੀ ਜ਼ਰੂਰ ਦੇਣੀ ਹੈ। ਬਾਬਾ ਆਦਮ ਘਰ ਪਰਤ ਗਏ। ਧਰਮ ਪਤਨੀ ਨਾਲ ਗੱਲ ਕੀਤੀ। ਧਰਮ ਪਤਨੀ ਕਹਿੰਦੀ ਹੈ ਕਿ ਤੁਸੀਂ ਇਸ ਮੌਕੇ ਦਾ ਫਾਇਦਾ ਕਿਉਂ ਨਹੀਂ ਚੱਕ ਰਹੇ? ਜੇ ਗੁਰੂ ਜੀ ਆਪ ਤੁਹਾਨੂੰ ਵਰ ਦੇਣ ਨੂੰ ਤਿਆਰ ਹੈ, ਤੁਹਾਨੂੰ ਪਤਾ ਹੈ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਫਿਰ ਵੀ ਤੁਸੀਂ ਨਹੀਂ ਮੰਗਦੇ। ਮੰਗ ਲਓ। ਉਹ ਕਹਿੰਦੇ ਮੇਰੇ ਕੋਲ ਨਹੀਂ ਮੰਗਿਆ ਜਾਂਦਾ, ਹੁਣ ਮੇਰਾ ਮਨ ਨਾ ਸੇਵਾ ਨਾਲ ਜੁੜ ਗਿਆ ਹੈ, ਹੁਣ ਇੱਛਾ ਮਰ ਗਈ ਹੈ, ਹੁਣ ਮੈਨੂੰ ਕੋਈ ਦੁਨਿਆਵੀ ਵਸਤੂ ਦੀ ਲੋੜ ਨਹੀਂ, ਦਰਅਸਲ ਨਹੀਂ ਚਾਹੀਦੀ। ਧਰਮ ਪਤਨੀ ਜਿੱਦ ਕਰਨ ਲੱਗੀ, ਤੁਸੀਂ ਨਹੀਂ ਮੰਗਦੇ, ਮੈਂ ਗੱਲ ਕਰਾਂਗੀ। ਹੁਣ ਉਹ ਵੀ ਆ ਗਈ ਨਾਲ। ਅਗਲੇ ਦਿਨ ਦੋਨੋਂ ਖੜੇ ਹਨ। ਗੁਰੂ ਰਾਮਦਾਸ ਜੀ ਪੁੱਛਦੇ ਹਨ ਬਾਬਾ ਆਦਮ ਕੀ ਵਰ ਮੰਗਣਾ ਹੈ? ਤੁਹਾਨੂੰ ਖੁਸ਼ੀ ਹੈ ਮੇਰੀ? ਬਾਬਾ ਆਦਮ ਹੱਥ ਜੋੜ ਕੇ ਨੀਵੇਂ ਹੋ ਕੇ ਕਹਿੰਦੇ ਮਹਾਰਾਜ ਮੇਰੇ ਕੋਲ ਕੁਝ ਮੰਗਿਆ ਨਹੀਂ ਜਾਂਦਾ, ਅਕਲ ਨਹੀਂ ਮੈਨੂੰ ਮੰਗਣ ਦੀ। ਇੰਨੀ ਦੇਰੀ 'ਚ ਪਤਨੀ ਬੋਲ ਪਈ, ਕਹਿੰਦੀ ਜੇ ਤਰੁੱਠੇ ਹੋ ਮਹਾਰਾਜ ਤੇ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਤਾਂ ਕਿ ਸਾਡੇ ਘਰ ਵਿੱਚ ਸਾਡਾ ਨਿਸ਼ਾਨੀ ਵੰਸ਼ ਚੱਲ ਪਏ। ਗੁਰੂ ਰਾਮਦਾਸ ਜੀ ਕਹਿੰਦੇ ਬੀਬਾ ਤੂੰ ਜੋ ਮੰਗ ਕੀਤੀ ਹੈ ਇਹ ਤਾਂ ਤੇਰੇ 7 ਜਨਮ ਕਰਮਾਂ ਵਿੱਚ ਲਿਖਿਆ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਤੂੰ ਤੇ ਤੇਰੇ ਪਤੀ ਨੇ ਸੇਵਾ ਬਹੁਤ ਕੀਤੀ, ਇਸ ਕਰਕੇ ਤੁਹਾਨੂੰ ਇਹ ਵਰ ਮਿਲੇਗਾ। ਖਾਲੀ ਕੋਈ ਨਹੀਂ। ਹਾਂ ਮੇਰੇ ਘਰ ਜੋ ਪੁੱਤਰ ਹੋਣਾ ਸੀ ਉਹ ਪੁੱਤਰ, 5ਵਾਂ ਪੁੱਤਰ, ਉਹ ਹੁਣ ਤੁਹਾਡੇ ਘਰ ਜਨਮ ਲੇਗਾ। ਉਹਦਾ ਨਾਮ ਭਗਤੂ ਜੀ ਰੱਖਣਾ, ਭਾਈ ਭਗਤੂ। ਉਹ ਬੜੀ ਹੀ ਪ੍ਰੇਮ ਤਪੱਸਿਆ ਵਾਲਾ ਜੀਵ ਹੋਏਗਾ। ਉਹਨੇ ਬੜਾ ਹੀ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ।
ਉਹਨਾਂ ਨੂੰ ਉਸੇ ਪਾਸੇ ਲੱਗੇ ਰਹਿਣ ਦੇਣਾ, ਤੇ ਤੁਹਾਡੀ ਝੋਲੀ ਜ਼ਰੂਰ ਭਰੇਗੀ। ਜਦੋਂ ਇਹ ਵਰ ਮਿਲਿਆ ਬਾਬਾ ਆਦਮ ਨੂੰ, ਤੇ ਖੁਸ਼ੀ ਦੀ ਸੀਮਾ ਨਹੀਂ ਰਹੀ ਕਿ ਸਤਿਗੁਰ ਸਭ ਕੁਝ ਦੇਣ ਅੰਦਰ ਸਮਰੱਥ ਹਨ, ਨਿਹਾਲ ਹਨ। ਕਿੱਥੋਂ ਵੀ ਝੋਲੀ ਨਹੀਂ ਭਰੀ, ਇਸ ਦਰ ਤੋਂ ਭਰ ਗਈ ਸੇਵਾ ਕਰਕੇ। ਹੁਣ ਉਹ ਮੀਆਂ ਬੀਬੀ ਸੇਵਾ ਵੀ ਕਰਦੇ ਹਨ। ਘਰ ਵਿੱਚ ਭਗਤੂ ਜੀ ਦਾ ਜਨਮ ਵੀ ਹੋ ਗਿਆ। ਕਹਿੰਦੇ ਭਾਈ ਭਗਤੂ ਦੀ ਵੰਸ਼ ਅੱਗੇ ਜਾ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਚੱਲੀ ਹੈ। ਇੰਨੀ ਲੰਬੀ ਇਹਨਾਂ ਦੀ ਬੱਚੇ ਤੋਂ ਬੱਚੇ ਉਹ ਵੰਸ਼ ਅੱਗੇ ਤੱਕ ਸੇਵਾ ਨਿਭਾ ਕੇ ਗਏ ਹਨ ਭਾਈ ਭਗਤੂ ਜੀ। ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਸੀ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਭਗਤੂ ਜੀ ਨੇ ਜਨਮ ਲੈਣਾ ਸੀ, ਪਰ ਗੁਰੂ ਜੀ ਨੇ ਆਪਣੇ ਘਰੋਂ ਬਾਬਾ ਆਦਮ ਜੀ ਨੂੰ ਇਹ ਦਾਤ ਦਿੱਤੀ। ਸੋਚੋ ਸਤਿਗੁਰੂ ਕਿੰਨੇ ਦਿਆਲ ਹਨ, ਸੇਵਾ ਤੋਂ ਕਿੰਨੇ ਖੁਸ਼ ਹੁੰਦੇ ਹਨ। ਇਹ ਸੇਵਾ ਹੀ ਹੈ ਪ੍ਰਭੂ ਨਾਲ ਮਿਲਾਪ ਕਰਨ ਵਾਲੀ ਗੱਲ, ਜਿਸ ਸੇਵਾ ਨੂੰ ਅਸੀਂ ਕਈ ਵਾਰ ਛੱਡ ਜਾਂਦੇ ਹਾਂ। ਨਹੀਂ ਛੱਡਣਾ। ਇਮਤਿਹਾਨ ਪੈਂਦੇ ਹਨ, ਇਮਤਿਹਾਨ ਤੋਂ ਬਿਨਾਂ ਕੋਈ ਵੀ ਪਾਸ ਨਹੀਂ ਹੁੰਦਾ, ਚਾਹੇ ਉਹ ਦੁਨਿਆਵੀ ਤੌਰ ਹੋਵੇ, ਚਾਹੇ ਗੁਰੂ ਘਰ ਹੋਵੇ। ਇਸ ਸੇਵਾ ਦੀ ਪਕੜ ਕਰ ਲਓ, ਇਹ ਗੁਰੂ ਨਾਲ ਮਿਲਾਪ ਕਰਾ ਦੇਗੀ। ਸੇਵਾ ਹੀ, ਸਿਮਰਨ ਹੀ ਇੱਕ ਰਾਹ ਹੈ ਗੁਰੂ ਨਾਲ ਮਿਲਣ ਦਾ। ਤੇ ਸਤਿਗੁਰੂ ਦਇਆ ਕਰਨ ਸਾਡੇ ਸਾਰਿਆਂ ਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡਾ ਪ੍ਰੇਮ ਪੈ ਜਾਏ, ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਡੀ ਭਾਵਨਾ ਬਣ ਜਾਵੇ, ਸਾਡਾ ਪ੍ਰੀਤ ਪੈ ਜਾਵੇ, ਸਾਨੂੰ ਗੁਰੂ ਬਿਨਾਂ ਕੋਈ ਗੱਲ ਚੰਗੀ ਨਾ ਲੱਗੇ। ਇਹ ਮੰਗਾਂ ਉੱਚੀ ਮੰਗਾਂ ਹੈ, ਇਹ ਮੰਗ ਮੰਗਿਆ ਕਰੋ। ਇਹ ਦੁਨਿਆਵੀ ਮੰਗ ਤੋਂ ਉੱਚੀ ਮੰਗ ਹੈ। ਜਿਹਦੇ ਵੱਲ ਗੁਰੂ ਹੋ ਜਾਵੇ ਉਹਨੂੰ ਕੋਈ ਕੁਛ ਨਹੀਂ ਕਹਿ ਸਕਦਾ। ਇਹ ਗੱਲ ਪੱਕੀ ਹੈ। ਜਿਹਨੇ ਗੁਰੂ ਨੂੰ ਆਪਣੇ ਨਾਲ ਰੱਖ ਲਿਆ ਉਹਨੂੰ ਕਿਸੇ ਗੱਲ ਦਾ ਭਉ ਡਰ ਨਹੀਂ ਸਤਾਉਂਦਾ। ਆਓ ਪਿਆਰਿਓ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਮੇਂ ਦੇ ਵਿੱਚ ਰਹਿ ਕੇ ਜੋ ਗੁਰੂ ਸਾਹਿਬ ਕਥਾ ਕਰਾ ਲੈਣ, ਜੋ ਉਹਨਾਂ ਦੇ ਹੁਕਮ ਵਿੱਚ ਕਥਾ ਹੋ ਜਾਵੇ, ਉਹੀ ਚੰਗੀ ਹੈ। ਆਓ ਸਾਰੇ ਨਾਮ ਜਪਦੇ ਹੋਏ ਸਮਾਪਤੀ ਵੱਲ ਵਧੀਏ। ਵਾਹਿਗੁਰੂ 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 ਵਾਹਿਗੁਰੂ।